ਵਿੱਚ ਕੋਈ ਵੀ ਕੰਪਲਿਕੇਸ਼ਨ ਹੁੰਦੀ ਹੈ, ਜਦੋਂ ਕੋਈ ਡਿਫਿਕਲਟ ਟਾਈਮ ਹੁੰਦਾ ਹੈ, ਜਦੋਂ ਸਮਝ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ, ਔਰ ਜਦੋਂ ਸਾਨੂੰ ਲੱਗਦਾ ਹੈ ਕਿ ਸਾਨੂੰ ਜਸਟਿਸ ਦੀ ਜ਼ਰੂਰਤ ਹੈ ਤੇ ਇਹ ਸਾਡਾ ਹੱਕ ਬਣਦਾ ਹੈ ਕਿ ਅਸੀਂ ਉਸ ਜਸਟਿਸ ਦੇ ਨਾ ਸਿਰਫ ਕਰੀਬ ਪਹੁੰਚੀਏ ਬਲਕਿ ਸਾਨੂੰ ਪ੍ਰੋਪਰ ਗਾਈਡੈਂਸ ਵੀ ਮਿਲੇ। ਰੇਡੀਓ ਪੰਜਾਬ 90.2 ਦੀ ਆਰਜੇ ਗੀਤ ਤੁਹਾਡੇ ਨਾਲ ਹੈ, ਐਂਡ ਵੀ ਆਰ ਫੀਲਿੰਗ ਸੋ ਸਪੈਸ਼ਲ ਕਿ ਅੱਜ ਕੁਝ ਅਜਿਹੀ ਹੀ ਪਰਸਨੈਲਿਟੀਜ਼, ਕੁਝ ਅਜਿਹੀ ਅਥਾਰਟੀਜ਼, ਕੁਝ ਅਜਿਹੇ ਸੀਨੀਅਰ ਆਫੀਸ਼ੀਅਲ ਸਾਡੇ ਨਾਲ ਨੇ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਹੈ ਤਾਂ ਕਿ ਅਸੀਂ ਆਮ ਜਨਤਾ ਨੂੰ ਅਵੇਅਰ ਕਰ ਪਾਈਏ ਕਿ ਬਹੁਤ ਕੁਝ ਅਜਿਹਾ ਹੈ ਜੋ ਤੁਹਾਡੇ ਕੋਲ ਹੈ, ਬਹੁਤ ਕੁਝ ਅਜਿਹਾ ਹੈ ਜੋ ਕਿ ਤੁਹਾਡੀ ਜ਼ਿੰਦਗੀਆਂ ਨੂੰ ਬਿਹਤਰ ਬਣਾਉਣ ਦੇ ਲਈ ਹੈ, ਬਹੁਤ ਕੁਝ ਅਜਿਹਾ ਹੈ ਜੋ ਕਿ ਤੁਹਾਡਾ ਹੱਕ ਹੈ। ਹੱਥ ਜੋੜ ਕੇ ਸਿਰ ਝੁਕਾ ਕੇ ਕੋਈ ਸਤਿ ਸ਼੍ਰੀ ਅਕਾਲ ਕਹਿੰਦੀ ਮੈਂ ਰੇਡੀਓ ਪੰਜਾਬ ਤੋਂ ਆਰਜ਼ੀ ਗੀਤ ਤੁਹਾਡੇ ਨਾਲ ਹਾਂ, ਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਗ੍ਰੇਟ ਇਨੀਸ਼ੀਏਟਿਵ ਹੈ ਔਰ ਸਾਡੇ ਨਾਲ ਬਹੁਤ ਹੀ ਸਪੈਸ਼ਲ ਪਰਸਨੈਲਿਟੀਜ਼ ਨੇ। ਮੈਂ ਦੱਸਣਾ ਚਾਹਾਂਗੀ ਸਾਡੇ ਨਾਲ ਸ਼੍ਰੀ ਅਰੁਣ ਗੁਪਤਾ ਜੀ ਨੇ ਜੋ ਕਿ ਨੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਤੋਂ ਸਾਡੇ ਨਾਲ ਡਾਕਟਰ ਮਨਦੀਪ ਮਿੱਤਲ ਜੀ ਸਾਡੇ ਨਾਲ ਨੇ ਜੋ ਕਿ ਨੇ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਕਮ ਐਡੀਸ਼ਨਲ ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਤੋਂ ਸਾਡੇ ਨਾਲ। ਸਰ ਬਹੁਤ ਸਾਰਾ ਵੈਲਕਮ ਹੈ। ਸਭ ਤੋਂ ਪਹਿਲੇ ਧੰਨਵਾਦ ਕਿ ਤੁਸੀਂ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਦੀ ਸਾਡੇ ਲਈ ਟਾਈਮ ਕੱਢਿਆ, ਕਿਉਂਕਿ ਸਾਡੇ ਨਾਲ ਆਮ ਜਨਤਾ ਦਾ ਸਾਥ ਜੁੜਿਆ ਹੋਇਆ ਹੈ, ਲੋਕਾਂ ਨੂੰ ਅਵੇਅਰ ਕਰਨ ਦੀ ਗੱਲ ਜੁੜੀ ਹੋਈ ਹੈ। ਤੇ ਸਰ ਸਭ ਤੋਂ ਪਹਿਲਾ ਸਵਾਲ ਮੇਰਾ, ਕਿਉਂਕਿ ਨੈਸ਼ਨਲ ਲੋਕ ਅਦਾਲਤ 11 ਸਤੰਬਰ ਨੂੰ ਲਗਾਈ ਜਾ ਰਹੀ ਹੈ, ਉਸ ਨੂੰ ਲੈ ਕੇ ਡਾਕਟਰ ਸਾਹਿਬ ਮੇਰਾ ਤੁਹਾਡੇ ਤੋਂ ਹੀ ਹੈ ਕਿ ਸਰ ਇਸ ਦੀ ਇੰਪੋਰਟੈਂਸ ਦੇ ਬਾਰੇ ਵਿੱਚ ਜੇ ਆਮ ਜਨਤਾ ਨੂੰ ਦੱਸਣਾ ਹੋਵੇ ਤਾਂ ਤੁਸੀਂ ਕੀ ਕਹੋਗੇ? ਮੈਂ ਇਹ ਕਹਿਣਾ ਚਾਹਾਂਗਾ ਕਿ ਨੈਸ਼ਨਲ ਲੋਕ ਅਦਾਲਤ ਸਮੇਂ-ਸਮੇਂ ਸਿਰ ਲਗਾਈ ਜਾਂਦੀਆਂ ਹਨ। ਇਹਦੇ ਵਿੱਚ ਲੋਕਾਂ ਦੇ ਜਿਹੜੇ ਕੋਈ ਮੁਕੱਦਮੇ ਕੋਰਟ ਵਿੱਚ ਚੱਲ ਰਹੇ ਹਨ ਅਤੇ ਉਸ ਦੇ ਨਾਲ ਜਿਹੜਾ ਕੋਈ ਮੁਕੱਦਮਾ ਜਾਂ ਕੋਈ ਝਗੜਾ ਜਿਹੜਾ ਕੋਰਟ ਵਿੱਚ ਆਉਣਾ ਹੈ, ਉਹ ਸਾਰੇ ਕੇਸਿਸ ਜਿਹੜੇ ਨੈਸ਼ਨਲ ਲੋਕ ਅਦਾਲਤ ਵਿੱਚ ਟੇਕ ਅਪ ਕੀਤੇ ਜਾ ਸਕਦੇ ਹਨ ਅਤੇ ਉਹਨਾਂ ਦਾ ਆਪਸਦਾਰੀ ਨਾਲ ਰਜ਼ਾਮੰਦੀ ਨਾਲ ਫੈਸਲਾ ਕਰਵਾਇਆ ਜਾ ਸਕਦਾ ਹੈ ਜੀ। ਇਸ ਤਰੀਕੇ ਨਾਲ ਲੋਕ ਮੈਂ ਸਮਝਦਾ ਹਾਂ ਕਿ ਮੁਫਤ ਵਿੱਚ ਇਨਸਾਫ ਪਾ ਸਕਦੇ ਹਨ। ਇਸ ਦੇ ਨਾਲ ਮੈਂ ਇਹ ਵੀ ਕਹਾਂਗਾ ਕਿ ਜਿਹੜਾ ਵੀ ਕੋਈ ਝਗੜਾ ਮੁੱਕ ਜਾਂਦਾ ਹੈ, ਉਸ ਜਿਹੜੀ ਲੱਗੀ ਹੋਈ ਕੋਰਟ ਫੀਸ ਹੈ ਉਹ ਵਾਪਸ ਕਰ ਦਿੱਤੀ ਜਾਂਦੀ ਹੈ। ਤੇ ਯਾਨੀ ਕਿ ਅੱਜ ਦੀ ਜਿਹੜੀ ਗੱਲਬਾਤ ਦੇ ਵਿੱਚ ਬਹੁਤ ਸਾਰੀਆਂ ਅਜਿਹੀ ਗੱਲਾਂ ਨੇ ਜੋ ਕਿ ਲੋਕਾਂ ਨੂੰ ਉਹਨਾਂ ਦੇ ਰਾਈਟ ਤੋਂ ਜੁੜੀਆਂ ਹੋਈਆਂ ਤੇ ਕੁਇਕਲੀ ਜਸਟਿਸ ਕਿੱਦਾਂ ਮਿਲ ਸਕਦੀ ਹੈ, ਕਿੱਦਾਂ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਜਦੋਂ ਕੇਸਿਸ ਪਾਉਣਗੇ ਤੇ ਉਹਨਾਂ ਨੂੰ ਕਿੱਦਾਂ ਫਾਇਦਾ ਮਿਲ ਸਕਦਾ ਹੈ, ਉਸ ਦੇ ਬਾਰੇ ਵਿੱਚ ਗੱਲਾਂ ਕਰਾਂਗੇ। ਸਰ ਕਿਹੜੇ ਅਜਿਹੇ ਕੇਸਿਸ ਨੇ ਜਿਹੜੇ ਕਿ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਲਿੱਤੇ ਜਾਂਦੇ ਨੇ? ਨੈਸ਼ਨਲ ਲੋਕ ਅਦਾਲਤ ਦੇ ਵਿੱਚ ਦੋ ਢੰਗ ਦੇ ਆਪਾਂ ਕੇਸ ਲੈ ਸਕਦੇ ਹਾਂ। ਇੱਕ ਤਾਂ ਕੇਸ ਉਹ ਹੈਗੇ ਆ ਜਿਹੜੇ ਕੋਰਟਸ ਚੱਲ ਰਹੇ ਹੈਗੇ ਡਿਫਰੈਂਟ ਕੋਰਟਸ ਦੇ ਵਿੱਚ, ਚਾਹੇ ਉਹ ਟ੍ਰਾਇਲ ਕੋਰਟ ਦੇ ਵਿੱਚ ਹੈ, ਚਾਹੇ ਫਸਟ ਅਪੀਲੇਟ ਕੋਰਟ 'ਚ ਹੈ। ਜਿਹਨੂੰ ਫਸਟ ਅਪੀਲੇਟ ਕੋਰਟ ਨੂੰ ਆਪਾਂ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੀ ਕੋਰਟ ਵੀ ਕਹਿ ਸਕਦੇ ਹਾਂ, ਐਡੀਸ਼ਨਲ ਡਿਸਟ੍ਰਿਕਟ ਜੱਜ ਦੀ ਕੋਰਟ ਵੀ ਕਹਿ ਸਕਦੇ ਹਾਂ, ਜਿਹੜੇ ਰੈਵਨਿਊ ਅਥਾਰਟੀ 'ਚ ਪੈਂਡਿੰਗ ਹੈ। ਦੂਜੇ ਢੰਗ ਦੇ ਕੇਸ ਉਹ ਹੈ ਪ੍ਰੀ ਲਿਟੀਗੇਟਿਵ ਕੇਸਿਸ ਜਿਹੜੇ ਹਲੇ ਕੋਰਟ 'ਚ ਫਾਈਲ ਹੋਣੇ ਆ, ਉਹ ਵੀ ਕੇਸਿਸ ਲੈ ਰਹੇ ਹਾਂ। ਜਿੱਦਾਂ ਪਬਲਿਕ ਯੂਟਿਲਿਟੀ ਸਰਵਿਸਿਜ਼ ਹੈਗੀਆਂ ਪੰਜਾਬ 'ਚ, ਉਹਨਾਂ ਵਾਸਤੇ ਅਸੀਂ ਪਰਮਾਨੈਂਟ ਲੋਕ ਅਦਾਲਤ ਸਟੈਬਲਿਸ਼ ਕੀਤੀ ਦੀ ਆ, ਉੱਥੇ ਵੀ ਉਹ ਕੇਸ ਰਜ਼ਾਮੰਦੀ ਨਾਲ ਫੈਸਲਾ ਹੋ ਰਹੇ ਹੈਗੇ ਆ। ਜਿਹੜੀ ਹੁਣ 11/9 ਨੂੰ ਨੈਸ਼ਨਲ ਲੋਕ ਅਦਾਲਤ ਲੱਗਣੀ ਹੈ, ਇਸ ਤੋਂ ਅਗਲੀ ਨੈਸ਼ਨਲ ਲੋਕ ਅਦਾਲਤ ਦਸੰਬਰ ਦੇ ਮਹੀਨੇ 'ਚ ਲੱਗਣੀ ਹੈਗੀ ਹੈ। ਅੱਛਾ, ਪਰ ਐਤਕੀ ਜਿਹੜੀ 11 ਸਤੰਬਰ ਨੂੰ ਨੈਸ਼ਨਲ ਲੋਕ ਅਦਾਲਤ ਲੱਗ ਰਹੀ ਹੈ, ਉਹਦੇ ਵਿੱਚ 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਜਿਹੜੇ ਆਪਾਂ ਕਹਿੰਦੇ ਨੇ ਚੈੱਕ ਬਾਉਂਸ ਹੋ ਗਏ, ਉਹ ਦੇ ਕੇਸਿਸ ਦੇ ਉੱਤੇ ਅਸੀਂ ਜ਼ਿਆਦਾ ਐਮਫੈਸਿਸ ਕਰ ਰਹੇ ਹਾਂ ਕਿ ਉਹ ਲੋਕਾਂ ਨੂੰ ਜਲਦੀ ਇਨਸਾਫ ਮਿਲੇ, ਕਿ ਉਹ ਲੋਕਾਂ ਨੂੰ ਜਿਨ੍ਹਾਂ ਦੇ ਚੈੱਕ ਡਿਸਆਨਰ ਹੋਏ ਦੇ ਆ, ਦੋਨੋਂ ਪਾਰਟੀ ਆਪਸ 'ਚ ਮਿਲ ਕੇ ਉਹਨਾਂ ਦਾ ਕੰਪਰੋਮਾਈਜ਼ ਕਰ ਸਕਣ। ਯਾਨੀ ਕਿ ਬਾਕੀ ਸਾਰੇ ਕੇਸਿਸ ਨੂੰ ਮੁਕਾਮ ਦੇ ਵਿੱਚ ਹੈਗਾ ਕਿ ਸਾਰੇ ਕੇਸਿਸ ਫੈਸਲਾ ਹੋਣ, ਬਟ ਜਿਹੜੀ 11 ਸਤੰਬਰ ਨੂੰ ਲੋਕ ਅਦਾਲਤ ਲੱਗ ਰਹੀ ਹੈ, ਜਿਹੜੇ 138 ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਕੇਸਿਸ ਹੈ, ਉਹਨਾਂ ਵੱਲ ਅਸੀਂ ਜ਼ਿਆਦਾ ਧਿਆਨ ਦੇ ਰਹੇ ਹੈਗੇ। ਅਸੀਂ ਉਹਦੇ ਵਾਸਤੇ ਸਾਡੇ ਆਨਰੇਬਲ ਐਗਜ਼ੈਕਟਿਵ ਚੇਅਰਮੈਨ ਜਸਟਿਸ ਅਜੇ ਤਿਵਾੜੀ ਹੈਗੇ ਆ, ਉਹਨਾਂ ਨੇ ਡਿਫਰੈਂਟ ਡਿਸਟ੍ਰਿਕਟ ਐਂਡ ਸੈਸ਼ਨ ਜੱਜਿਸ ਨਾਲ ਮੀਟਿੰਗ ਕੀਤੀ। ਅਸੀਂ ਵੀ ਆਪਣੇ ਸੈਕਟਰੀਜ਼ ਦੇ ਨਾਲ ਜਾਂ ਡਿਫਰੈਂਟ ਆਫਿਸਰਸ ਦੇ ਨਾਲ ਮੀਟਿੰਗ ਕਰ ਰਹੇ ਹਾਂ। ਅਸੀਂ ਬੈਂਕਸ ਦੇ ਰਿਪਰੈਜ਼ੈਂਟੇਟਿਵਸ ਦੇ ਨਾਲ, ਨਾਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਨਾਲ ਵੀ ਅਸੀਂ ਮੀਟਿੰਗਸ ਰੈਗੂਲਰਲੀ ਕਰ ਰਹੇ ਹਾਂ। ਮੇਰੇ ਜਿਹੜੇ ਸੈਕਟਰੀਜ਼ ਹੈਗੇ ਜਿਹੜੇ 22 ਡਿਸਟ੍ਰਿਕਟਸ 'ਚ ਹੈਗੇ ਆ, ਉਹ ਵੀ ਰੈਗੂਲਰ ਮੀਟਿੰਗਸ ਹੋਲਡ ਕਰ ਰਹੇ ਹੈਗੇ ਇਸ ਬਾਰੇ। ਜੀ, ਮਤਲਬ ਪੂਰੇ ਵੱਡੇ ਲੈਵਲ ਦੇ ਉੱਤੇ ਇਸ ਦੀ ਨਾ ਸਿਰਫ ਪਲੈਨਿੰਗ ਹੈ ਬਲਕਿ ਐਗਜ਼ੀਕਿਊਸ਼ਨ ਵਧੀਆ ਹੋਈ ਹੈ। ਇਸ ਨੂੰ ਲੈ ਕੇ ਅਵੇਅਰਨੈਸ ਵੀ ਤੁਸੀਂ ਹਰ ਥਾਂ ਤੇ ਹਰ ਏਰੀਆ ਦੇ ਵਿੱਚ ਸਪਰੈਡ ਕਰ ਰਹੇ ਹੋ। ਮੈਮ, ਜਿਹਦੇ ਵਾਸਤੇ ਅਸੀਂ ਹਰ ਇੱਕ ਜਗ੍ਹਾ ਜਿਹੜੇ ਪ੍ਰੋਮੀਨੈਂਟ ਪਲੇਸਿਸ ਹੈਗੇ ਆ, ਜਿੱਦਾਂ ਹਸਪੀਟਲਸ ਹੈ, ਬੱਸ ਸਟੈਂਡ ਹੈ, ਰੇਲਵੇ ਸਟੇਸ਼ਨਸ ਹੈ, ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਹੈ, ਕੋਰਟ ਕੰਪਲੈਕਸਿਸ ਦੇ ਵਿੱਚ ਫਲੈਕਸ ਬੋਰਡਸ ਲਗਵਾ ਰਹੇ ਹੈਗੇ ਆ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ 11 ਸਤੰਬਰ ਨੂੰ ਨੈਸ਼ਨਲ ਲੋਕ ਅਦਾਲਤ ਹੈਗੀ ਆ। ਬਾਕੀ ਸਾਰੇ ਸੈਕਟਰੀਜ਼ ਜਿਹੜੇ ਹੈਗੇ ਆ, ਉਹ ਵੀ ਡਿਫਰੈਂਟ ਅਖਬਾਰਾਂ ਦੇ ਵਿੱਚ ਜਾਂ ਇੰਟਰਵਿਊਜ਼ ਕਰਕੇ ਲੋਕਾਂ ਨੂੰ ਅਵੇਅਰ ਕਰ ਰਹੇ ਹੈਗੇ। ਮੇਰੇ ਜਿਹੜੇ ਸੈਕਟਰੀਜ਼ ਹੈਗੇ ਆ, ਉਹ
ਜਿਹੜੇ ਡਿਸਟ੍ਰਿਕਟ ਹੈਡਕੁਆਟਰਸ ਦੇ ਆਫੀਸਰਸ ਹੈ ਜਾਂ ਐਸਡੀਓਜ਼ ਹੈ, ਬੀਡੀਪੀਓਜ਼ ਹੈ, ਸਰਪੰਚੀਜ਼ ਹੈ, ਪੰਚੀਜ਼ ਹੈ, ਉਹਨਾਂ ਨਾਲ ਮੀਟਿੰਗਸ ਕਰਕੇ ਕਿ ਹਰ ਘਰ ਦੇ ਵਿੱਚ ਇਹ ਸੰਦੇਸ਼ ਪਹੁੰਚੇ ਕਿ ਪੰਜਾਬ ਲੀਗਲ ਸਰਵਿਸ ਅਥਾਰਟੀ 11 ਸਤੰਬਰ ਨੂੰ ਲੋਕ ਅਦਾਲਤ ਦਾ ਆਯੋਜਨ ਕਰ ਰਹੀ ਹੈ ਤੇ ਅਸੀਂ ਇਹਦਾ ਫਾਇਦਾ ਉਠਾ ਸਕੀਏ, ਕਿਉਂਕਿ ਲੋਕ ਅਦਾਲਤ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇੱਥੇ ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਕਿਸੇ ਦਾ ਫਾਇਦਾ ਨਹੀਂ ਹੁੰਦਾ, ਕਿਉਂਕਿ ਇੱਥੇ ਰਾਜਾ ਫੈਸਲਾ ਆਪਸੀ ਰਾਜਾਮੰਦੀ ਨਾਲ ਹੁੰਦਾ ਹੈਗਾ। ਅੱਛਾ, ਦੋਨੋਂ ਪਾਰਟੀਆਂ ਜਿਹੜੀਆਂ ਝਗੜ ਰਹੀਆਂ ਹੈਗੀਆਂ ਉਹ ਦੋਨੋਂ ਖੁਸ਼ੀ ਘਰ ਜਾ ਕੇ ਵਸ ਸਕਦੇ ਹਨ। ਜਿੱਦਾਂ ਹੁਣ ਮੈਟਰੀਮੋਨੀਅਲ ਡਿਸਪਿਊਟਸ ਹੈਗੇ ਆ, ਉਹਨਾਂ ਦੇ ਵਿੱਚ ਹਸਬੈਂਡ ਐਂਡ ਵਾਈਫ ਦੇ ਡਿਸਪਿਊਟਸ ਹੈਗੇ ਆ, ਜੇ ਤਾਂ ਉਹ ਠੀਕ ਢੰਗ ਨਾਲ ਘਰ ਵਸ ਜੇ, ਉਹ ਪੇਰੈਂਟਸ ਵਾਸਤੇ ਵੀ ਠੀਕ ਹੈ, ਓਲਡ ਏਜ ਪੇਰੈਂਟਸ ਵਾਸਤੇ, ਬੱਚਿਆਂ ਵਾਸਤੇ ਵੀ ਠੀਕ ਹੈ ਤੇ ਉਹਨਾਂ ਦੀ ਆਪਣੀ ਲਾਈਫ ਵਾਸਤੇ ਵੀ ਠੀਕ ਹੈ ਜੀ। ਇਹ ਮੇਰਾ ਉਦੇਸ਼ ਮੇਨ ਕਹਿਣ ਦਾ ਹੈ ਜੀ। ਬਹੁਤ ਨਾ ਸਿਰਫ ਸੋਹਣੀ ਸੋਚ ਹੈ ਬਲਕਿ ਇਸ ਦੇ ਨਾਲ ਕਾਫੀ ਲੋਕਾਂ ਨੂੰ ਫਾਇਦਾ ਵੀ ਮਿਲਦਾ ਹੈ। ਬਹੁਤ ਸਾਰੇ ਕਹਿੰਦੇ ਨੇ ਕਿ ਪਰਿਵਾਰਾਂ ਨੂੰ ਸੋਲੂਸ਼ਨ ਮਿਲਦਾ ਹੈ, ਰਲ ਮਿਲ ਕੇ ਸੋਲੂਸ਼ਨ ਮਿਲਦਾ ਹੈ, ਕਿਉਂਕਿ ਉਹਨਾਂ ਨੂੰ ਮੌਕਾ ਮਿਲਦਾ ਹੈ ਆਪਣੀ ਗੱਲਬਾਤ ਬਿਲਕੁਲ ਸਾਹਮਣੇ ਡਾਇਰੈਕਟਲੀ ਅਥਾਰਟੀਜ਼ ਨੂੰ ਰੱਖਣ ਦਾ। ਸਰ, ਡਾਕਟਰ ਸਾਹਿਬ, ਮੇਰਾ ਅਗਲਾ ਸਵਾਲ ਤੁਹਾਡੇ ਤੋਂ ਹੈ ਕਿ ਮੁੱਦਿਆਂ ਦੇ ਉੱਤੇ ਤਾਂ ਅਸੀਂ ਡਿਸਕਸ ਕਰ ਲਿੱਤਾ, ਲੇਕਿਨ ਫਾਈਲ ਕਰੀਏ ਕਿੱਦਾਂ ਕੇਸਿਸ, ਉਸ ਦੇ ਬਾਰੇ ਜਾਣਨਾ ਚਾਹਾਂਗੇ। ਜਿਹੜੇ ਵੀ ਮੁਕੱਦਮੇ ਕੋਰਟ ਵਿੱਚ ਚੱਲ ਰਹੇ ਹਨ, ਉਹਦੇ ਵਿੱਚ ਜਿਸ ਕਚਹਿਰੀ ਵਿੱਚ ਉਹ ਮੁਕੱਦਮੇ ਚੱਲ ਰਹੇ ਹਨ ਉੱਥੇ ਅਰਜ਼ੀ ਦੇ ਕੇ, ਜਾਂ ਫਿਰ ਜਿਹੜਾ ਸਾਡਾ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਮੁਫਤ ਕਾਨੂੰਨੀ ਸਹਾਇਤਾ ਦਾ ਦਫ਼ਤਰ ਹੈ ਜ਼ਿਲ੍ਹਾ ਕਚਹਿਰੀਆਂ ਵਿੱਚ, ਉੱਥੇ ਜਾ ਕੇ, ਜਾਂ 1968 ਜੋ ਸਾਡਾ ਟੋਲ ਫ੍ਰੀ ਨੰਬਰ ਹੈ, ਅਤੇ ਇਸ ਤੋਂ ਇਲਾਵਾ ਸਾਡੀ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਜੋ ਆਫੀਸ਼ੀਅਲ ਵੈਬਸਾਈਟ ਹੈ, ਉੱਥੇ ਜਾ ਕੇ ਵੀ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤੇ ਅਸੀਂ ਉਸ ਕੰਸਰਨ ਕੋਰਟ ਨੂੰ ਕਹਿ ਕੇ ਉਹ ਜਿਹੜਾ ਮੁਕੱਦਮਾ ਹੈ ਉਹ ਲੋਕ ਅਦਾਲਤ ਵਿੱਚ ਲਗਵਾ ਸਕਦੇ ਹਾਂ। ਜੀ ਸਰ। ਸਰ, ਜਿਵੇਂ ਕਿ ਥੋੜੀ ਦੇਰ ਪਹਿਲੇ ਗੱਲ ਕਰ ਰਹੇ ਸੀ ਪਰਮਾਨੈਂਟ ਲੋਕ ਅਦਾਲਤ ਦਾ ਵੀ ਤੁਸੀਂ ਮੈਂਸ਼ਨ ਕੀਤਾ ਸੀ, ਤੇ ਮੇਰਾ ਸਵਾਲ ਹੈ, ਕਿਉਂਕਿ ਅਸੀਂ ਲੇਮੈਨ ਹਾਂ, ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਫਰਕ ਪਤਾ ਚੱਲੇ ਕਿ ਪਰਮਾਨੈਂਟ ਲੋਕ ਅਦਾਲਤ ਤੇ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਫਰਕ ਕੀ ਹੈ। ਮੈਮ, ਪਰਮਾਨੈਂਟ ਲੋਕ ਅਦਾਲਤ ਇਹ ਹਰ ਡਿਸਟ੍ਰਿਕਟ 'ਤੇ ਸਟੈਬਲਿਸ਼ ਕੀਤੀਆਂ ਗਈਆਂ। ਇਹਨਾਂ ਦੇ ਵਿੱਚ ਇੱਕ ਚੇਅਰਪਰਸਨ ਹੁੰਦਾ ਹੈ ਜੋ ਰਿਟਾਇਰਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜਾਂ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁੰਦਾ। ਇਹਦੇ ਵਿੱਚ 2 ਮੈਂਬਰ ਹੁੰਦੇ ਆ ਜਿਹੜੇ ਪਬਲਿਕ ਯੂਟਿਲਿਟੀ ਸਰਵਿਸਿਜ਼ ਹੈਗੀਆਂ ਉਹਨਾਂ ਦੇ ਵਿੱਚੋਂ ਚੁਣੇ ਜਾਂਦੇ ਆ। ਅੱਛਾ, ਪੰਜਾਬ ਦੇ ਵਿੱਚ ਸਾਰੇ 22 ਡਿਸਟ੍ਰਿਕਟ ਹੈਡਕੁਆਟਰਸ 'ਤੇ ਪਰਮਾਨੈਂਟ ਲੋਕ ਅਦਾਲਤ ਸਟੈਬਲਿਸ਼ ਕੀਤੀ ਗਈ ਹੈ। ਇਹਨਾਂ 'ਚ ਪਬਲਿਕ ਯੂਟਿਲਿਟੀ ਦੇ ਮੁਕੱਦਮੇ ਫਾਈਲ ਹੁੰਦੇ ਆ, ਜਿੱਦਾਂ ਕਿਸੇ ਨੂੰ ਬੁਢਾਪਾ ਪੈਨਸ਼ਨ ਨਾ ਲੱਗੇ, ਕਿਸੇ ਦਾ ਲਾਇਸੈਂਸ ਨਾ ਬਣਦਾ ਹੋਵੇ, ਕਿਸੇ ਦਾ ਬਿਜਲੀ ਦਾ ਬਿੱਲ ਜ਼ਿਆਦਾ ਆ ਗਿਆ ਹੋਵੇ, ਉਹ ਪਰਮਾਨੈਂਟ ਲੋਕ ਅਦਾਲਤ ਦੇ ਵਿੱਚ ਜਾ ਕੇ ਆਪਣੀ ਐਪਲੀਕੇਸ਼ਨ ਦੇ ਸਕਦਾ ਹੈ। ਤੇ ਉੱਥੇ ਸਭ ਤੋਂ ਵੱਡਾ ਫਾਇਦਾ ਇਹ ਹੈਗਾ ਕਿ ਉਹ ਜਿਹੜੀ ਬੋਡੀ ਹੈਗੀ ਆ ਉਹ ਰਾਜਾਮੰਦੀ ਨਾਲ ਪਹਿਲਾਂ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਤੇ ਲੋਕ ਅਦਾਲਤ ਇਹ ਹੈਗਾ ਕਿ ਲੋਕ ਅਦਾਲਤ ਜਿਹੜੇ ਕਚਹਿਰੀ 'ਚ ਮੁਕੱਦਮੇ ਚੱਲਦੇ ਨੇ ਜਾਂ ਦੂਸਰੇ ਮੁਕੱਦਮੇ ਹੈਗੇ ਜਿਹੜੇ ਬੈਂਕਾਂ ਨੇ ਫਾਈਲ ਕਰਦੇ ਜਾਂ ਉਹ ਮੁਕੱਦਮੇ ਲੋਕ ਅਦਾਲਤ ਵਿੱਚ ਚੱਲਦੇ ਆ। ਲੋਕ ਅਦਾਲਤ ਇੱਕ ਐਨੂਅਲ ਫੀਚਰ ਹੈ ਕਿ ਅਸੀਂ ਸਾਲ ਦੇ ਵਿੱਚ 4 ਪਰਮਾਨੈਂਟ ਲੋਕ ਅਦਾਲਤ ਨੈਸ਼ਨਲ ਲੋਕ ਅਦਾਲਤ ਹੋਲਡ ਕਰਦੇ ਹਾਂ ਤੇ ਹਰ ਮਹੀਨੇ ਅਸੀਂ ਲੋਕ ਅਦਾਲਤ ਡਿਸਟ੍ਰਿਕਟ ਲੈਵਲ ਤੇ ਹੋਲਡ ਕਰਦੇ ਹਾਂ। ਪਰ ਪਰਮਾਨੈਂਟ ਲੋਕ ਅਦਾਲਤ ਇਹ 365 ਦੇ 65 ਦਿਨ ਕੰਮ ਕਰਦੀ ਹੈਗੀ ਹੈ। ਇਹ ਮੋਟਾ ਫਰਕ ਇਹ ਹੈ ਕਿ ਉਹਦੇ ਵਿੱਚ ਪਰਮਾਨੈਂਟ ਲੋਕ ਅਦਾਲਤ ਵਿੱਚ ਪਬਲਿਕ ਯੂਟਿਲਿਟੀ ਦੇ ਨਾਲ ਰਿਲੇਟਡ ਮੁਕੱਦਮੇ ਫਾਈਲ ਕੀਤੇ ਜਾ ਸਕਦੇ ਆ, ਬਟ ਕੋਰਟ ਦੇ ਵਿੱਚ ਹਰ ਤਰ੍ਹਾਂ ਦਾ ਕੇਸ ਫਾਈਲ ਕੀਤਾ ਜਾ ਸਕਦਾ ਹੈ। ਇਹ ਮੋਟਾ ਡਿਫਰੈਂਸ ਹੈ ਦੋਨਾਂ ਵਿੱਚ ਜੀ। ਸਰ, ਡਿਫਰੈਂਸ ਦੇ ਬਾਰੇ ਵਿੱਚ ਤੇ ਗੱਲ ਕਰ ਲਈ, ਲੇਕਿਨ ਜੇ ਗੱਲ ਕੀਤੀ ਜਾਏ ਇਸ ਦੇ ਬੈਨੀਫਿਟਸ ਦੇ ਬਾਰੇ ਵਿੱਚ ਲੋਕਾਂ ਨੂੰ ਕਿੱਦਾਂ, ਕਿਉਂਕਿ ਕੁਝ ਚੀਜ਼ਾਂ ਤੁਸੀਂ ਸਾਨੂੰ ਦੱਸ ਚੁੱਕੇ ਹੋ, ਲੇਕਿਨ ਜੇ ਇਕੱਲੇ ਅਸੀਂ ਬੈਨੀਫਿਟ ਦੀ ਗੱਲ ਕਰੀਏ ਕਿ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਜਿਹੜੀ 11 ਸਤੰਬਰ ਨੂੰ ਹੋ ਰਹੀ ਹੈ, ਉਹਦੇ ਵਿੱਚ ਜਿਹੜੇ ਕੇਸ ਲਗਵਾਉਣ ਵਾਲੇ ਹੋਣਗੇ, ਹੋ ਸਕਦਾ ਹੈ ਕੁਝ ਲੋਕੀ ਨਵੇਂ ਜੁੜਨਗੇ ਸਾਡੇ ਨਾਲ, ਕੁਝ ਇੱਕ ਨੂੰ ਇਨਫੋਰਮ ਕਰਕੇ ਜੁੜਨਗੇ, ਹੈ ਨਾ। ਅਸੀਂ ਹਰ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਅਵੇਅਰਨੈਸ ਵੀ ਸਪਰੈਡ ਕਰ ਰਹੇ ਹਾਂ, ਰੇਡੀਓ ਦੇ ਰਾਹੀਂ ਵੀ, ਅਖਬਾਰਾਂ ਦੇ ਰਾਹੀਂ ਵੀ, ਮੀਡੀਆ ਦੇ ਰਾਹੀਂ ਵੀ। ਤੇ ਅਸੀਂ ਜਾਣਨਾ ਚਾਹਾਂਗੇ ਕਿ ਇਸ ਦੇ ਬੈਨੀਫਿਟਸ ਕਿਹੜੇ ਨੇ ਜੇ ਕਿ ਜਨਤਾ ਨੂੰ ਮਿਲਣ ਵਾਲੇ ਜੋ ਕਿ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਕੇਸ ਪਾ ਰਹੇ ਜੀ। ਜਿਵੇਂ ਕਿ ਹੁਣੇ ਦੱਸਿਆ ਗਿਆ ਕਿ ਹਰ ਤਰ੍ਹਾਂ ਦਾ ਦੀਵਾਨੀ ਕੇਸ, ਪਰਿਵਾਰਿਕ ਝਗੜੇ ਵਾਲਾ ਕੇਸ, ਜਾਇਦਾਦ ਸੰਬੰਧੀ ਕੇਸ, ਕੋਈ ਲੇਬਰ ਕੋਰਟ ਦੇ ਮੈਟਰ ਹਨ ਜਾਂ ਕੋਈ ਇਜਰਾ ਹਨ, ਕੋਈ ਰਿਕਵਰੀ ਕੇਸਿਸ ਹਨ, ਇਹ ਸਾਰੇ ਇਹਨਾਂ 'ਚ ਲੱਦੇ ਜਾਂਦੇ ਹਨ। ਤਾਂ ਮੈਂ ਕਹਾਂਗਾ ਕਿ ਜਿਹੜਾ ਮੁਕੱਦਮੇ ਦਾ ਫੈਸਲਾ ਆਪਸੀ ਰਜ਼ਾਮੰਦੀ ਨਾਲ ਲੋਕ ਅਦਾਲਤ ਵਿੱਚ ਹੋ ਗਿਆ ਹੈ, ਉਹ ਫੈਸਲਾ ਫਾਈਨਲ ਹੁੰਦਾ ਹੈ, ਉਸ ਦੀ ਕੋਈ ਅਪੀਲ ਨਹੀਂ ਹੋ ਸਕਦੀ। ਅਤੇ ਇਸ ਦੇ ਨਾਲ ਨਾਲ ਜਿਹੜੀ ਵੀ ਉਸ ਵਿੱਚ ਕੋਰਟ ਫੀ ਹੈ ਉਹ ਵਾਪਸ ਕੀਤੀ ਜਾਂਦੀ ਹੈ, ਕਿਉਂਕਿ ਫੈਸਲਾ ਰਜ਼ਾਮੰਦੀ ਨਾਲ ਹੁੰਦਾ ਹੈ। ਤਾਂ ਧਿਰਾਂ ਦੇ ਵਿੱਚ ਆਪਸੀ ਜੋ ਕੋਈ ਕੜਤਨ ਹੈਗੀ ਹੈ ਜਾਂ ਹੋ ਸਕਦੀ ਹੈ ਫੈਸਲੇ ਦੇ ਆਉਣ ਦੇ ਨਾਲ, ਉਹ ਨਹੀਂ ਰਹਿੰਦੀ, ਕਿਉਂਕਿ ਇਸ 'ਚ ਆਪਸੀ ਰਜ਼ਾਮੰਦੀ ਜੁੜੀ ਹੋਈ ਹੈ। ਯਾਨੀ ਕਿ ਇਹ ਤੇ ਵਿਨ ਵਿਨ ਸਿਚੁਏਸ਼ਨ ਹੈ ਫॉर ਬੋਥ ਦ ਪਾਰਟੀ। ਜੀ, ਦੋਨੋਂ ਪਾਰਟੀ ਲਈ ਇੱਕ ਮਤਲਬ ਜੇਤੂ ਵਾਲੀ ਪੋਜੀਸ਼ਨ ਹੈ। ਤੇ
ਬਹੁਤ ਹੀ ਸੋਹਣਾ ਅੰਦਾਜ਼ ਹੈ ਕਿ ਸਾਨੂੰ ਉਸੇ ਦਿਨ ਬਹੁਤ ਸਾਰੀ ਚੀਜ਼ਾਂ ਨੇ ਜਿਸ ਨੂੰ ਲੈ ਕੇ ਸੋਲੂਸ਼ਨ ਪਤਾ ਚੱਲ ਜਾਂਦਾ ਹੈ। ਸਰ, ਜੇ ਗੱਲ ਕੀਤੀ ਜਾਏ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੀ, ਮਿਸ਼ਨ ਬਹੁਤ ਸੋਹਣਾ ਰਿਹਾ ਹੋਣਾ ਹੈ ਇਸ ਦੀ ਐਸਟੈਬਲਿਸ਼ਮੈਂਟ ਨੂੰ ਵੀ ਲੈ ਕੇ, ਤੇ ਕੰਮ ਵੀ ਬਹੁਤ ਸਾਰੇ ਤੁਸੀਂ ਕਰ ਰਹੇ ਹੋ, ਲੇਕਿਨ ਆਮ ਜਨਤਾ ਨੂੰ ਉਹ ਸਾਰੀ ਗੱਲਾਂ ਪਤਾ ਹੋਣੀ ਚਾਹੀਦੀਆਂ ਨੇ ਕਿ ਕਿਹੜੀ ਅਜਿਹੀ ਥਾਂ ਹੈ ਜਿੱਥੇ ਉਹਨਾਂ ਨੂੰ ਲੱਗਦਾ ਕਿ ਅਸੀਂ ਅਕੇਲੇ ਰਹਿ ਗਏ। ਕਿੱਦਾਂ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਉਹਨਾਂ ਦੀ ਮਦਦ ਦੇ ਲਈ, ਉਹਨਾਂ ਨੂੰ ਗਾਈਡ ਕਰਦੇ ਹੋਏ ਨਾਲ ਜੁੜੀ ਗਈ, ਕੀ ਏਮ, ਕੀ ਮਕਸਦ ਦੇ ਨਾਲ? ਮੈਂ ਸਾਡਾ ਹਰ ਜ਼ਿਲ੍ਹਾ ਕਚਹਿਰੀ ਦੇ ਵਿੱਚ ਇੱਕ ਸਾਡੇ ਸੈਕਟਰੀ ਸੀਜਨ ਲੈਵਲ ਸਾਹਿਬ ਦੇ ਸੈਕਟਰੀ ਬੈਠਦੇ ਹਨ, ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨੂੰ ਚਲਾਉਂਦੇ ਨੇ ਜੀ। ਅੱਛਾ, ਹਰ ਸਬ ਡਿਵੀਜ਼ਨ ਤੇ ਜਿਹੜੇ ਉੱਥੇ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਨੇ ਉਹ ਉਸ ਅਥਾਰਟੀ ਦੇ ਇੰਚਾਰਜ ਨੇ। ਅੱਛਾ, ਅਸੀਂ ਹਰ ਬੰਦੇ ਨੂੰ ਜਿਹੜਾ ਵਕੀਲ ਨਹੀਂ ਕਰ ਸਕਦਾ ਅਸੀਂ ਉਹਨੂੰ ਵਕੀਲ ਦਿੰਦੇ ਹਾਂ। ਅੱਛਾ, ਕੋਈ ਸਾਡੇ ਸੈਕਸ਼ਨ 12 ਦੇ ਹਿਸਾਬ ਨਾਲ ਕੁਝ ਕੈਟੇਗਰੀਜ਼ ਹੈਗੇ ਜਿਸ ਨੂੰ ਅਸੀਂ ਫ੍ਰੀ, ਜਿੱਦਾਂ ਕੋਈ ਕੈਦੀ ਹੈਗਾ, ਅੰਡਰ ਟ੍ਰਾਇਲ ਹੈਗਾ, ਕੋਈ ਲੇਡੀਜ਼ ਹੈਗੀ, ਕੋਈ ਬੇਗਾਰ ਦਾ ਨੈਚੁਰਲ ਕਲੈਮਿਟੀ ਦਾ ਮਾਰਿਆ ਹੈਗਾ, ਜਿਹਦੀ ਇਨਕਮ 3 ਲੱਖ ਤੋਂ ਘੱਟ ਹੈਗੀ ਹੈ, ਉਹਨੂੰ ਅਸੀਂ ਫ੍ਰੀ ਲੀਗਲ ਏਡ ਪ੍ਰੋਵਾਈਡ ਕਰਦੇ ਹਾਂ। ਅਸੀਂ ਹਰ ਬੰਦੇ ਨੂੰ ਜਿਹੜਾ ਆਪਣੇ ਆਪ ਨੂੰ ਸਮਝਦਾ ਕਿ ਉਹਨੂੰ ਇਨਸਾਫ ਨਹੀਂ ਮਿਲ ਰਿਹਾ, ਅਸੀਂ ਉਹਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਬੰਦੇ ਨੂੰ ਇਹ ਲੱਗੇ ਕਿ ਮੈਨੂੰ ਇਨਸਾਫ ਮਿਲ ਰਿਹਾ ਹੈਗਾ, ਤੇ ਅਸੀਂ ਉਹਨੂੰ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਨੂੰ ਤਿਆਰ ਹੈਗੇ ਹਾਂ। ਅਸੀਂ ਉਹਨੂੰ ਕਾਉਂਸਲਿੰਗ ਵੀ ਕਰਦੇ ਹਾਂ, ਜਿੱਦਾਂ ਹੁਣ ਲੇਡੀਜ਼ ਹੈਗੀਆਂ ਕਿ ਐਸਿਡ ਅਟੈਕ ਵਿਕਟਮਸ ਹੈਗਾ, ਜਿਹੜੇ ਸੈਕਸ਼ੂਅਲ ਅਸਾਲਟ ਕੇਸਿਸ ਹੈ, ਉਹ 'ਚ ਪੰਜਾਬ ਲੀਗਲ ਸਰਵਿਸ ਅਥਾਰਟੀ ਉਹਨਾਂ ਨੂੰ ਕੰਪਨਸੇਸ਼ਨ ਵੀ ਕਰਦੀ ਹੈ ਕਿ ਪੰਜਾਬ ਸਰਕਾਰ ਨਾਲ ਮਿਲ ਕੇ ਅਸੀਂ ਉਹਨਾਂ ਨੂੰ ਰੀਹੈਬਿਲਿਟੇਸ਼ਨ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਨੂੰ ਕੰਪਨਸੇਸ਼ਨ ਦੇਣ ਦੀ ਵੀ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਅੱਛਾ, ਹੁਣ ਹਿੱਟ ਐਂਡ ਰਨ ਕੇਸਿਸ ਹੈਗੇ ਆ ਜਿਨ੍ਹਾਂ ਵਿੱਚ ਐਕਸੀਡੈਂਟ ਵਹੀਕਲ ਦਾ ਪਤਾ ਹੀ ਨਹੀਂ ਲੱਗਦਾ ਕਿ ਕੌਣ ਹਿੱਟ ਕਰਕੇ ਚਲਾ ਗਿਆ ਹੈਗਾ, ਉਸ ਕੇਸਿਸ 'ਚ ਵੀ ਜਦੋਂ ਪੁਲਿਸ ਅਨਟ੍ਰੇਸ ਰਿਪੋਰਟ ਫਾਈਲ ਕਰ ਦਿੰਦੀ ਹੈਗੀ ਹੈ ਤਾਂ ਵੀ ਅਸੀਂ ਉਹਨਾਂ ਨੂੰ ਜਿਹੜੇ ਵਿਕਟਮਸ ਹੈਗੇ ਉਹਨਾਂ ਨੂੰ ਕੰਪਨਸੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹੈਗੇ ਕਿ ਤਾਂ ਕਿ ਥੋੜ੍ਹਾ ਬਹੁਤ ਉਹਨਾਂ ਨੂੰ ਆਰਥਿਕ ਪੱਖੋਂ ਉਹਨਾਂ ਨੂੰ ਸਹਾਇਤਾ ਮਿਲ ਸਕੇ। ਬਾਕੀ ਸਾਡਾ ਅਸੀਂ ਹਰ ਤਰ੍ਹਾਂ ਨਾਲ ਜਨਤਾ ਨਾਲ ਜੁੜੇ ਹੋਏ ਹਾਂ ਕਿ ਤਾਂ ਕਿ ਲੋਕਾਂ ਨੂੰ, ਹਰ ਬੰਦੇ ਨੂੰ ਉਹਦਾ ਜਿਹੜੇ ਮੌਲਿਕ ਅਧਿਕਾਰ ਹੈਗੇ ਆ, ਜਿਹੜੇ ਭਾਰਤੀ ਸੰਵਿਧਾਨ ਨੇ ਉਹਨਾਂ ਨੂੰ ਦਿੱਤੇ ਆ, ਉਹਨਾਂ ਦੀ ਅਸੀਂ ਉਹਨਾਂ ਨੂੰ ਰਾਖੀ ਕਰ ਸਕੀਏ। ਬਟ ਮੇਰਾ ਇੱਥੇ ਇਹ ਵੀ ਕਹਿਣਾ ਫਰਜ਼ ਹੈ ਕਿ ਲੋਕੀ ਜਿਹੜੀ ਸਾਡੀਆਂ ਫੰਡਾਮੈਂਟਲ ਡਿਊਟੀਜ਼ ਆ ਉਹ ਵੀ ਪਾਲਣਾ ਕਰਨ ਤਾਂ ਕਿ ਅਸੀਂ ਆਪਣੇ ਦੇਸ਼ ਨੂੰ ਉਹ ਸਾਫ਼ ਸੁਥਰਾ ਤੇ ਵਧੀਆ ਢੰਗ ਨਾਲ ਚਲਾ ਸਕੀਏ। ਸਰ, ਸੋਹਣੀ ਸੋਚ ਹੈ, ਸੋਹਣਾ ਮਿਸ਼ਨ ਹੈ, ਇਸ ਦੇ ਵਿੱਚ ਤੁਸੀਂ ਵੀ ਜੇ ਕੁਝ ਸਰ ਐਡ ਕਰਨਾ ਚਾਹੋਗੇ? ਮੈਂ ਇੱਥੇ ਤੁਹਾਡੇ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਜਿਵੇਂ ਸਰ ਨੇ ਕਿਹਾ ਕਿ ਅਸੀਂ ਕੁਝ ਕੈਟੇਗਰੀਜ਼ ਨੂੰ ਖਾਸ ਤੌਰ ਤੇ ਮੁਫਤ ਕਾਨੂੰਨੀ ਸਹਾਇਤਾ ਦਿੰਦੇ ਹਾਂ, ਤਾਂ ਮੁਫਤ ਕਾਨੂੰਨੀ ਸਹਾਇਤਾ ਦਾ ਮਤਲਬ ਸਿਰਫ ਸਲਾਹ ਦੇਣਾ ਨਹੀਂ ਹੈ, ਅਸੀਂ ਵਕੀਲ ਸਾਹਿਬ ਦਿੰਦੇ ਹਾਂ ਆਪਣੇ ਪੈਨਲ ਦੇ ਵਿੱਚ। ਉਹ ਵਕੀਲ ਸਾਹਿਬ ਨੂੰ ਜਿਹੜੀ ਫੀਸ ਹੈ ਉਹ ਅਥਾਰਟੀ ਵੱਲੋਂ ਦਿੱਤੀ ਜਾਂਦੀ ਹੈ। ਅਰੇ ਵਾਹ। ਇੱਥੋਂ ਤੱਕ ਕਿ ਕਾਗਜ਼ਾਂ ਦਾ ਖਰਚਾ ਵੀ ਵੱਖਰੇ ਤੌਰ ਤੇ ਦਿੱਤਾ ਜਾਂਦਾ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਸੈਕਸ਼ਨ 12 ਦੇ ਵਿੱਚ ਜਿਹੜੀਆਂ ਕੈਟੇਗਰੀਜ਼ ਹਨ, ਜਿਵੇਂ ਸਰ ਨੇ ਵੀ ਦੱਸਿਆ ਕਿ ਲੇਡੀਜ਼, ਬੱਚੇ, ਬੇਗਾਰ ਦੇ ਜਾਂ ਨੈਚੁਰਲ ਕੈਲੈਮਿਟੀ ਦੇ ਮਾਰੇ ਹੋਏ, ਕੋਈ ਵਿਅਕਤੀ ਜੋ SC ST ਨਾਲ ਸੰਬੰਧ ਰੱਖਦਾ ਹੋਵੇ ਜਾਂ ਜਿਹਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੈ, ਇਹਨਾਂ ਸਾਰੇ ਬੰਦਿਆਂ ਨੂੰ ਸਭ ਤੋਂ ਛੋਟੇ ਲੈਵਲ ਤੋਂ ਲੈ ਕੇ ਸਬ ਡਿਵੀਜ਼ਨ ਲੈਵਲ, ਡਿਸਟ੍ਰਿਕਟ ਲੈਵਲ, ਹਾਈ ਕੋਰਟ ਲੈਵਲ, ਮੰਨ ਲਓ ਸੁਪਰੀਮ ਕੋਰਟ ਦੇ ਲੈਵਲ ਤੱਕ ਵੀ ਜਿਹੜੇ ਵਕੀਲ ਸਾਹਿਬ ਚਾਹੀਦੇ ਹਨ ਆਪਣੇ ਹੱਕਾਂ ਦੀ ਰਾਖੀ ਵਾਸਤੇ, ਉਹਨਾਂ ਨੂੰ ਅਸੀਂ ਵਕੀਲ ਸਾਹਿਬ ਮੁਹੱਈਆ ਕਰਵਾਉਂਦੇ ਹਾਂ ਜੀ। ਤਾਂ ਇਸ ਲਈ ਸਾਡੀ ਤੁਹਾਡੇ ਰਾਹੀਂ ਲੋਕਾਂ ਤੋਂ ਇਹੀ ਬੇਨਤੀ ਹੈ ਕਿ ਉਹ ਕਿਸੇ ਵੀ ਟਾਈਪ ਦੀ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਅਧਿਕਾਰ ਦੀ ਵਾਇਲੇਸ਼ਨ ਹੋ ਰਹੀ ਹੈ ਜਾਂ ਉਹ ਕੋਈ ਕੇਸ ਪਾਣਾ ਚਾਹੁੰਦੇ ਹਨ ਜਾਂ ਉਹਨਾਂ ਉੱਪਰ ਕੋਈ ਕੇਸ ਪਾਇਆ ਗਿਆ ਹੈਗਾ, ਤਾਂ ਉਹ ਬੇਝਿਜਕ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਸਾਡਾ ਟੋਲ ਫ੍ਰੀ ਨੰਬਰ 1968 ਹੈ। ਇਸ ਦੇ ਨਾਲ ਨਾਲ ਸਾਡੇ ਜ਼ਿਲ੍ਹਾ ਵਿੱਚ ਸਥਿਤ ਕਿਸੇ ਵੀ ਦਫ਼ਤਰ ਵਿੱਚ ਜਾ ਕੇ ਵੀ ਉਹ ਆਪਣੀ ਗੱਲ ਰੱਖ ਸਕਦੇ ਹਨ ਜੀ। ਤੇ 1968 ਇਜ਼ ਦ ਟੋਲ ਫ੍ਰੀ ਨੰਬਰ ਜਿਸ ਤੇ ਡਾਇਲ ਕਰਕੇ ਤੁਸੀਂ ਕਿਸੇ ਵੀ ਤਰੀਕੇ ਦੀ ਮਦਦ ਹੈ, ਕੋਈ ਵੀ ਸਵਾਲ ਹੈ ਉਹ ਪੁੱਛ ਸਕਦੇ ਹੋ। ਤੇ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੇ ਨਾਲ ਵੀ ਜੁੜ ਸਕਦੇ ਹੋ। ਨੈਸ਼ਨਲ ਲੋਕ ਅਦਾਲਤ ਤੋਂ ਰਿਲੇਟਡ ਕੋਈ ਸਵਾਲ ਹੈਗਾ, ਪਰਮਾਨੈਂਟ ਲੋਕ ਅਦਾਲਤ ਤੋਂ ਰਿਲੇਟਡ ਕੋਈ ਸਵਾਲ ਹੈਗਾ, ਕੋਈ ਵੀ ਤੁਹਾਡੇ ਸਵਾਲ ਨੇ ਉਹ ਬੇਝਿਜਕ ਤੁਸੀਂ ਇੱਥੇ ਜੁੜ ਕੇ ਨਾਲ ਤੁਹਾਨੂੰ ਇਸ ਦਾ ਸਮਾਧਾਨ ਮਿਲ ਸਕਦਾ ਹੈ। ਸਰ, ਇੱਕ ਵਾਰ ਫਿਰ ਤੋਂ ਅਸੀਂ ਲੋਕ ਅਦਾਲਤ ਨੂੰ ਹੀ ਡਿਸਕਸ ਕਰਦੇ ਹਾਂ ਤੇ ਮੈਂ ਇੱਕ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੀ ਲਾਸਟ ਸਾਡੀ 10 ਜੁਲਾਈ ਨੂੰ ਲੱਗੀ ਸੀ, ਉੱਦਾਂ ਸਾਨੂੰ ਕਿੱਦਾਂ ਦਾ ਰਿਸਪੌਂਸ ਮਿਲਿਆ ਸੀ? ਕਿਉਂਕਿ ਉਹ ਟਾਈਮ ਅਕਿਊਟ ਕੋਵਿਡ ਦਾ ਵੀ ਸੀ, ਲਗਭਗ ਦੂਜੀ ਵੇਵ ਤੋਂ ਅਸੀਂ ਨਿਕਲ ਰਹੇ ਸੀ, ਲੇਕਿਨ ਕਾਫੀ ਜ਼ਿਆਦਾ ਚੈਲੰਜਸ ਸੀ ਤੇ ਉਸ ਟਾਈਮ ਤੇ ਵਰਚੁਅਲੀ ਔਰ ਫਿਜ਼ੀਕਲੀ ਦੋਨੋਂ ਟਾਈਪ ਮੋਡ ਆਫ ਲਿੱਤਾ ਗਿਆ ਸੀ। ਇਸ ਵਾਰੀ ਕਿੱਦਾਂ ਦਾ ਹੋਣ ਵਾਲਾ ਹੈ ਤੇ ਕਿੱਦਾਂ ਦਾ ਰਿਸਪੌਂਸ ਰਿਹਾ? ਦੋਨੋਂ ਸਵਾਲ ਤੁਹਾਡੇ ਕੋਲ।
ਮੈਮ ਜਿਹੜੀ ਪਿਛਲੀ ਨੈਸ਼ਨਲ ਲੋਕ ਅਦਾਲਤ ਸੀ ਉਹ ਵਰਚੁਅਲੀ ਤੇ ਫਿਜ਼ੀਕਲੀ ਦੋਨੋਂ ਤਰ੍ਹਾਂ ਨਾਲ ਹੋਲਡ ਕੀਤੀ ਗਈ ਸੀ। ਅੱਛਾ, ਉਹਦੇ ਵਿੱਚ ਤਕਰੀਬਨ ਅਸੀਂ 62,000 ਕੇਸ ਉਹਦੇ ਵਿੱਚ ਡਿਸੀਜਨ ਉਸਤੇ ਲਿੱਤੇ ਸੀ, ਜਿਨ੍ਹਾਂ ਵਿੱਚੋਂ ਤਕਰੀਬਨ 25,000 ਕੇਸ ਡਿਸਾਈਡ ਹੋਏ ਸੀ ਤੇ 410 ਕਰੋੜ ਰੁਪਏ ਦਾ ਲੋਕਾਂ ਨੂੰ ਫਾਇਦਾ ਹੋਇਆ ਸੀ। ਤੇ ਹੁਣ ਜਿਹੜੀ ਨੈਸ਼ਨਲ ਲੋਕ ਅਦਾਲਤ ਨੈਕਸਟ ਮੰਥ ਆ ਰਹੀ ਹੈਗੀ ਹੈ, ਇਹਦੇ ਵਿੱਚ ਸਾਡੀ ਮੈਕਸਿਮਮ ਕੋਸ਼ਿਸ਼ ਹੈ ਕਿ ਇਹ ਦੋਨੋਂ ਢੰਗ ਨਾਲ ਕੀਤੀ ਜਾਵੇ, ਵਰਚੁਅਲ ਵੀ ਹੈਗੀ ਹੈ ਤੇ ਫਿਜ਼ੀਕਲ ਮੋਡ ਨਾਲ ਵੀ ਹੈਗੀ ਹੈ, ਤੇ ਮੈਕਸਿਮਮ ਕੇਸਿਸ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹਦੇ ਵਿੱਚ ਸਾਡਾ ਮੇਨ ਐਫਸੀਸਿਸ ਚੈੱਕ ਬਾਕਸਿੰਗ ਕੇਸਿਸ ਦਾ ਹੈਗਾ ਕਿ ਉਹ ਕੇਸ ਡਿਸਾਈਡ ਹੋ ਜਾਣ, ਕਿਉਂਕਿ ਚੈੱਕ ਬਾਕਸਿੰਗ ਕੇਸਿਸ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਡਿਸਾਈਡ ਨਹੀਂ ਹੋ ਰਹੇ। ਉਹ ਅਸੀਂ ਮੇਨ ਐਫਸੀਸਿਸ ਸਾਡੇ ਜਿਹੜੇ ਐਗਜ਼ੈਕਟਿਵ ਚੇਅਰਮੈਨ ਹੈ ਆਨਰੇਬਲ ਜਸਟਿਸ ਤੁਹਾਡੀ, ਉਹਨਾਂ ਦਾ ਮਕਸਦ ਹੈਗਾ ਕਿ ਜਿਨ੍ਹਾਂ ਵਿੱਚ ਉਲਝਣ ਪੇਸ਼ ਹੋ ਚੁੱਕੀਆਂ ਨੇ ਉਹ ਕੇਸਿਸ ਅਸੀਂ ਡਿਸਾਈਡ ਕਰਵਾ ਦਈਏ ਜੀ। ਬਾਕੀ ਅਸੀਂ ਲੋਕਾਂ ਦਾ ਰਿਸਪਾਂਸ ਦੇਖਦੇ ਹਾਂ ਕਿ 11 ਸਤੰਬਰ ਨੂੰ ਕੀ ਰਿਸਪਾਂਸ ਆਉਂਦਾ ਹੈ, ਤਾਂ 11 ਸਤੰਬਰ ਨੂੰ ਹੀ ਪਤਾ ਲੱਗੇਗਾ ਜੀ। ਬਹੁਤ ਸੋਹਣਾ ਰਿਸਪਾਂਸ ਰਿਹਾ ਸਰ। ਇਸ ਦੇ ਵਿੱਚ ਕੀ ਚੀਜ਼ ਤੁਸੀਂ ਹੋਰ ਐਡ ਕਰਨਾ ਚਾਹੋਗੇ, ਕਿਉਂਕਿ ਤੁਸੀਂ ਤੇ 11 ਸਤੰਬਰ ਵੀ ਦੇਖਣੀ ਹੈ ਔਰ 10 ਜੁਲਾਈ ਵੇਖੀ ਸੀ, ਔਰ ਉਸ ਤੋਂ ਪਹਿਲੇ ਵੀ ਕਈ ਨੈਸ਼ਨਲ ਲੋਕ ਅਦਾਲਤ ਦਾ ਹਿੱਸਾ ਬਣ ਚੁੱਕੇ ਹੋ। ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਬਹੁਤ ਜ਼ੋਰ ਸ਼ੋਰ ਨਾਲ ਲੱਗੇ ਹੋਏ ਹਾਂ, ਬਿਕੋਜ਼ ਪੰਜਾਬ ਦੇ 22 ਦੇ 22 ਡਿਸਟ੍ਰਿਕਟ ਦੇ ਵਿੱਚ ਜਿਹੜੇ ਕਰੀਬਨ 500 ਤੋਂ 600 ਜੁਡੀਸ਼ੀਅਲ ਆਫੀਸਰਸ ਹਨ, ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬ ਜੋ ਚੇਅਰਪਰਸਨ ਹੈ ਹਰ ਇੱਕ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ, ਉਹਨਾਂ ਦੀ ਅਗਵਾਈ ਵਿੱਚ ਹਰੇਕ ਡਿਸਟ੍ਰਿਕਟ ਦੇ ਵਿੱਚ ਸਾਡੇ ਆਫੀਸਰ, ਸਾਡਾ ਸਟਾਫ, ਐਡਮਿਨਿਸਟ੍ਰੇਸ਼ਨ ਦੇ ਬੰਦੇ ਬਹੁਤ ਜ਼ੋਰ ਸ਼ੋਰ ਨਾਲ ਲੱਗੇ ਹੋਏ ਹਨ ਤਾਂ ਕਿ ਲੋਕਾਂ ਨੂੰ ਨਾ ਸਿਰਫ ਕਿ ਨੈਸ਼ਨਲ ਲੋਕ ਅਦਾਲਤ ਬਾਰੇ ਪਤਾ ਲੱਗੇ, ਇਹਦੇ ਫਾਇਦੇ ਬਾਰੇ ਪਤਾ ਲੱਗੇ, ਬਲਕਿ ਲੋਕ ਆਪਣੀ ਗੱਲ ਆ ਕੇ ਰੱਖ ਸਕਣ। ਇੱਕ ਕੋਸ਼ਿਸ਼ ਹੈ, ਇੱਕ ਕਵਾਇਤ ਹੈ ਜਿਸ ਦੇ ਨਾਲ ਉਹ ਆਪਣੇ ਡਿਸਪਿਊਟ ਨੂੰ, ਆਪਣੇ ਝਗੜੇ ਨੂੰ ਰੱਖ ਸਕਦੇ ਹਨ। ਕੋਸ਼ਿਸ਼ ਇਹ ਰਹੇਗੀ ਕਿ ਵੱਧ ਤੋਂ ਵੱਧ ਝਗੜੇ ਨਿਪਟਾਏ ਜਾ ਸਕਣ। ਜਿਵੇਂ ਸਰ ਨੇ ਦੱਸਿਆ ਕਿ ਚੈੱਕ ਬਾਉਂਸਿੰਗ ਕੇਸਿਸ ਤੇ ਸਾਡਾ ਜ਼ਿਆਦਾ ਜ਼ੋਰ ਹੈ। ਚੈੱਕ ਬਾਉਂਸਿੰਗ ਜਿਹੜੇ ਕੇਸਿਸ ਹਨ, ਇਹਨਾਂ ਵਿੱਚ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਇਹਨਾਂ ਵਿੱਚ ਪੈਸੇ ਦਾ ਲੈਣ ਦੇਣ ਦਾ ਝਗੜਾ ਹੁੰਦਾ ਹੈ। ਇੱਕ ਚੈੱਕ ਬਾਉਂਸਿੰਗ ਕੇਸ ਅਤੇ ਇੱਕ ਜਿਹੜਾ ਮੈਟਰੀਮੋਨੀਅਲ ਡਿਸਪਿਊਟ ਹੈ ਉਹ ਡਿਫਰੈਂਟ ਹੈ। ਮੈਟਰੀਮੋਨੀਅਲ ਡਿਸਪਿਊਟ 'ਚ ਬਹੁਤ ਸਾਰੀ ਫੈਮਿਲੀ ਇਨਵੋਲਵ ਹੁੰਦੀ ਹੈ, ਇਮੋਸ਼ਨਲੀ ਵੀ ਇਨਵੋਲਵ ਹੁੰਦੀ ਹੈ, ਬਟ ਆਮ ਤੌਰ ਤੇ ਚੈੱਕ ਬਾਉਂਸਿੰਗ ਜਿਹੜੇ ਕੇਸਿਸ ਹਨ ਉਹ ਸਿਰਫ ਮਨੀ ਦਾ ਉਸ 'ਚ ਲੈਣ ਦੇਣ ਹੁੰਦਾ ਹੈ। ਤਾਂ ਇਸ ਕਰਕੇ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਅੱਜ ਤੱਕ ਮਾਨਯੋਗ ਸੁਪਰੀਮ ਕੋਰਟ ਦੀਆਂ ਜਜਮੈਂਟਸ ਆਈਆਂ ਹਨ, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਜੋ ਉਹਦੀ ਸਪਿਰਿਟ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜੇ ਚੈੱਕ ਬਾਉਂਸਿੰਗ ਦੇ ਕੇਸਿਸ ਹਨ ਇਹਨਾਂ ਨੂੰ ਪ੍ਰਾਇੋਰਟੀ ਬੇਸਿਸ ਤੇ ਆਪਸ ਵਿੱਚ ਰਜ਼ਾਮੰਦੀ ਨਾਲ ਸੈਟਲ ਕਰਵਾਇਆ ਜਾ ਸਕੇ। ਤੇ ਮੈਨੂੰ ਉਮੀਦ ਹੈ ਕਿ ਇਸ ਵਾਰ 11 ਸਤੰਬਰ ਨੂੰ ਜੋ ਲੋਕਾਂ ਦਾ ਰਿਸਪਾਂਸ ਹੈ ਉਹ ਪਿਛਲੀ ਲੋਕ ਅਦਾਲਤ ਤੋਂ बढ़ चढ़ के आएगा। जी बिल्कुल, क्योंकि असी हर तरफ अवेयरनेस भी स्प्रेड कर रहे हैं, एक मिशन भी बहुत ज़्यादा सोहना है, आम जनता तक बहुत सारी सहूलत प्रोवाइड करने की गल है, जस्टिस की गल है, तो वी रियली विश कि अजिहे मिशन दे नाल ना सिर्फ सरकार जुड़ रही है बल्कि साडी पंजाब स्टेट लीगल सर्विस अथॉरिटी का पूरा साथ मिल रहा है। एक बार फिर तो मैंशन करना चाहांगी कि टोल फ्री नंबर है 1968 यानी कि 1968 जो नंबर है उस पर तुम कॉल कर सकते हो। 11 सितंबर को नैशनल लोक अदालत लगाई जा रही है। सर कम्यूनिटी रेडियो पंजाब राही साडा एक मैसेज टू द कम्यूनिटी कि असी भी अपने एक मिशन को पूरा कर रहे हैं। साडी ड्यूटी इज़ टू सर्व द कम्यूनिटी एंड बिकम द वॉइस ऑफ द आम जनता। तुसी की कहना चाहोगे एक मैसेज? तो ए भी सवाल मेरा तुसी तुहाडे दोनों तो मैं तो हर बंदे को ये कहना चाहूँगा कि आओ ਆਪਾਂ ਇਸ ਮਿਸ਼ਨ ਨੂੰ ਪੂਰਾ ਕਰੀਏ ਤੇ 11 ਸਤੰਬਰ ਨੂੰ ਜਿਹੜੀ ਨੈਸ਼ਨਲ ਲੋਕ ਅਦਾਲਤ ਹੋ ਰਹੀ ਹੈ ਉਹਨੂੰ ਸਕਸੈਸਫੁਲ ਕਰੀਏ। थैंक यू सर। मैं 2:17 ਨਾਲ ਕਹਿਣਾ ਚਾਹਾਂਗਾ ਕਿ ਆਓ ਮਿਲ ਕੇ ਹੱਥ ਵਧਾਈਏ, ਮੋਢੇ ਨਾਲ ਮੋਢਾ ਲਾਈਏ, ਆਓ ਮਿਲ ਕੇ ਹੱਥ ਵਧਾਈਏ, ਮੋਢੇ ਨਾਲ ਮੋਢਾ ਲਾਈਏ, ਲੋਕਾਂ ਨੂੰ ਇਨਸਾਫ ਦਿਵਾਈਏ। ਲੋਕਾਂ ਨੂੰ ਕਾਨੂੰਨੀ ਸਹਾਇਤਾ ਅਸੀਂ ਦਿਵਾਉਂਦੇ ਹਾਂ, ਲੋਕਾਂ ਨੂੰ ਕਾਨੂੰਨੀ ਸਹਾਇਤਾ ਅਸੀਂ ਦਿਵਾਉਂਦੇ ਹਾਂ, ਕਮਜ਼ੋਰ ਗਰੀਬ ਅਤੇ ਪਿਛੜੇ ਨਾਲ ਖੜੇ ਹੋ ਜਾਂਦੇ ਹਾਂ। आओ आओ उन्होंने उन्होंने हक दवाइए, आओ मिल के हाथ बढ़ाइए, आओ मिल के हाथ बढ़ाइए, आओ मिल के हथ ਵਧਾਈਏ। ਅਸੀਂ ਵੀ ਇਸੇ ਮਿਸ਼ਨ ਦੇ ਨਾਲ ਇਸ ਕਨਵਰਸੇਸ਼ਨ ਨੂੰ ਐਂਡ ਨਹੀਂ ਕਰ ਰਹੇ, ਇੱਕ ਨਵੀਂ ਬਿਗਨਿੰਗ ਹੈ। ਹੋਰ ਵੀ ਬਹੁਤ ਸਾਰੇ ਅਜਿਹੇ ਮਿਸ਼ਨ ਨੇ ਜਿਸ ਦੇ ਉੱਤੇ ਅਸੀਂ ਨਾ ਸਿਰਫ ਗੱਲਾਂ ਕਰਾਂਗੇ ਬਲਕਿ ਉਸ ਨੂੰ ਪਿੰਡਾਂ ਤੱਕ ਪਹੁੰਚਾਵਾਂਗੇ, ਆਮ ਜਨਤਾ ਤੱਕ ਪਹੁੰਚਾਵਾਂਗੇ ਤਾਂ ਕਿ ਕਿਸੇ ਨੂੰ ਵੀ ਅਜਿਹਾ ਫੀਲ ਨਾ ਹੋਏ ਕਿ ਉਸ ਤੱਕ ਜਸਟਿਸ ਨਹੀਂ ਪਹੁੰਚੀ। ਅਸੀਂ ਰੋਲ ਪਲੇ ਕਰ ਰਹੇ ਹਾਂ ਇੱਕ ਬ੍ਰਿਜ ਬਣਨ ਦਾ ਔਰ ਸਰ ਤੁਹਾਡੀ ਗਾਈਡੈਂਸ ਦੇ ਨਾਲ, ਤੁਹਾਡੇ ਸਾਥ ਦੇ ਨਾਲ ਅਸੀਂ ਇਸ ਮਿਸ਼ਨ ਨੂੰ ਜ਼ਰੂਰ ਪੂਰਾ ਕਰਾਂਗੇ। ਰੇਡੀਓ ਪੰਜਾਬ ਕਹਿੰਦਾ ਹੈ ਟਸ਼ਨ ਪੰਜਾਬੀ, ਜਸ਼ਨ ਪੰਜਾਬੀ। ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ। ਥੈਂਕ ਯੂ ਸਰ। ट्यून करो 90.2, ट्यून करो 90.2, ट्यून करो
90.2